ਸਿੱਖ ਚਿਹਰੇ ਸ਼ਾਮਲ ਹੋਣੇ ਸ਼ੁਰੂ ਹੋ ਗਏ ਨੇ ਬੀਜੇਪੀ ਦੇ ਵਿੱਚ। ਕੀ ਲੱਗਦਾ ਕਿੰਨਾ ਕੁ ਫਰਕ ਪਏਗਾ ਪੰਜਾਬ ਦੇ ਵਿੱਚ? ਅਸੀਂ ਕਿਸੇ ਨੂੰ ਲੈ ਕੇ ਆ ਰਹੇ, ਆਪਦੀ ਨੀਅਤ ਨਾਲ ਔਰ ਸਾਡੀ ਨੀਤੀ ਦੇਖ ਕੇ ਆ ਰਹੇ ਨੇ। ਸੁਖਬੀਰ ਸਿੰਘ ਬਾਦਲ ਹੋਣਾ ਨੇ ਅੱਜ ਵੀ ਪ੍ਰੈਸ ਕਾਨਫਰੰਸ ਕੀਤੀ, ਕਹਿੰਦੇ ਡਰਾ ਕੇ ਸਾਡੇ ਬੰਦੇ ਲੈ ਕੇ ਜਾ ਰਹੀ ਹੈ ਬੀਜੇਪੀ ਹੁਣ। ਜੇ ਹਿੰਦੁਸਤਾਨ ਦੇ ਲੋਕ ਡਰਦੇ ਹੁੰਦੇ ਤਾਂ ਇਹ ਦੇਸ਼ ਆਜ਼ਾਦ ਨਹੀਂ ਹੋਣਾ ਸੀਗਾ। ਇਹ ਸਿੱਖਾਂ ਦੇ ਲਈ ਜਿੰਨਾ ਇਹ ਪ੍ਰਧਾਨ ਮੰਤਰੀ ਕਰ ਰਹੇ ਅੱਜ ਤੱਕ ਕਿਸੇ ਪ੍ਰਧਾਨ ਮੰਤਰੀ ਨੇ ਨਹੀਂ ਕੀਤਾ। ਮੈਂ ਇੱਕ ਤੁਹਾਡੇ ਰਾਹੀਂ ਰਾਜੇਵਾਲ ਨੂੰ ਔਰ ਡੱਲੇਵਾਲ ਨੂੰ ਔਰ ਡਾਕਟਰ ਦਰਸ਼ਨਪਾਲ ਨੂੰ ਪੁੱਛਣਾ ਚਾਹਨਾ ਕਿ ਇਹਨਾਂ ਦੇ ਤਾਂ ਮੁੱਛ ਦਾ ਸਵਾਲ ਸੀ, ਮੁੱਛ ਖੜੀ ਰਹੇਗੀ, ਪਰ ਕਿਸਾਨ ਬਰਬਾਦ ਹੋ ਗਿਆ। ਇਹ ਵੀ ਚਰਚਾ ਚੱਲਣ ਲੱਗ ਪਈ ਕਿ ਸ਼ਾਇਦ ਅਕਾਲੀ ਦਲ ਦੇ ਨਾਲ ਗੱਠਜੋੜ ਦੁਬਾਰਾ ਤੋਂ ਹੋ ਸਕਦਾ। ਅਕਾਲੀ ਦਲ ਨੇ 84-85 ਸੀਟਾਂ ਅਨਾਉਂਸ ਕਰਤੀਆਂ, 20 ਸੀਟਾਂ ਉਹਨਾਂ ਨੂੰ ਦਿੱਤੀਆਂ ਨੇ ਬਹੁਜਨ ਸਮਾਜ ਨੂੰ, ਤੇ ਸਮਝੌਤਾ ਕਾਹਦੇ ਤੇ ਹੋਊਗਾ? 2 ਸੀਟਾਂ ਤੇ। 3 ਖੇਤੀ ਕਾਨੂੰਨ ਰੱਦ ਹੋਣ ਤੋਂ ਬਾਅਦ ਪੰਜਾਬ ਦੇ ਸਿਆਸੀ ਸਮੀਕਰਨ ਬਦਲਣੇ ਸ਼ੁਰੂ ਹੋ ਚੁੱਕੇ ਨੇ। ਬੀਜੇਪੀ ਪਿਛਲੇ ਲੰਬੇ ਸਮੇਂ ਤੋਂ ਕਹਿੰਦੀ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਪੂਰਨ ਸੱਤਾ ਦੇ ਵਿੱਚ ਆਵੇਗੀ, ਵੱਡੇ ਲੀਡ ਦੇ ਨਾਲ ਪੰਜਾਬ ਦੇ ਵਿੱਚ ਸਰਕਾਰ ਬਣਾਈ ਜਾਵੇਗੀ ਤੇ ਕਈ ਵੱਡੇ ਚਿਹਰੇ ਬੀਜੇਪੀ ਦੇ ਵਿੱਚ ਸ਼ਾਮਲ ਹੋਣਗੇ। ਕੱਲ ਹੀ ਮਨਜਿੰਦਰ ਸਿੰਘ ਸਿਰਸਾ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਨੇ, ਜਿਸ ਤੋਂ ਬਾਅਦ ਕਈ ਤਰੀਕੇ ਦੀਆਂ ਚਰਚਾਵਾਂ ਚੱਲੀਆਂ ਕਿ ਹੁਣ ਬੀਜੇਪੀ ਕਿਸ ਤਰੀਕੇ ਦੇ ਨਾਲ ਰਣਨੀਤੀ ਪੰਜਾਬ ਦੇ ਵਿੱਚ ਅਪਣਾਵੇਗੀ। ਗੱਲਬਾਤ ਕਰਨ ਦੇ ਲਈ ਮੇਰੇ ਨਾਲ ਬੀਜੇਪੀ ਦੇ 2 ਸੀਨੀਅਰ ਲੀਡਰ ਸੁਰਜੀਤ ਕੁਮਾਰ ਜਿਆਨੀ ਤੇ ਹਰਜੀਤ ਗਰੇਵਾਲ ਮੌਜੂਦ ਹੈਗੇ ਨੇ। ਅੱਜ ਪੰਜਾਬ ਦੇ ਸਿਆਸੀ ਹਾਲਾਤਾਂ ਦੇ ਉੱਪਰ ਵੀ ਚਰਚਾ ਕਰਾਂਗੇ, ਉੱਥੇ ਹੀ ਕਿਸਾਨੀ ਦੇ ਮੁੱਦੇ ਤੇ ਵੀ ਗੱਲਬਾਤ ਕਰਾਂਗੇ। ਜਿਆਨੀ ਸਾਹਿਬ, ਪਹਿਲਾਂ ਸਵਾਗਤ ਹੈ। ਮੇਰਾ ਪਹਿਲਾ ਸਵਾਲ, ਸਿੱਖ ਚਿਹਰੇ ਸ਼ਾਮਲ ਹੋਣੇ ਸ਼ੁਰੂ ਹੋ ਗਏ ਨੇ ਬੀਜੇਪੀ ਦੇ ਵਿੱਚ, ਕੀ ਲੱਗਦਾ ਕਿੰਨਾ ਕੁ ਫਰਕ ਪਏਗਾ ਪੰਜਾਬ ਦੇ ਵਿੱਚ? ਦੇਖੋ, ਭਾਰਤੀ ਜਨਤਾ ਪਾਰਟੀ ਅਸੂਲ ਵਾਲੀ ਪਾਰਟੀ ਹੈ, ਸਿਧਾਂਤ ਵਾਲੀ ਪਾਰਟੀ ਹੈ, ਔਰ ਭਾਰਤੀ ਜਨਤਾ ਪਾਰਟੀ ਨੇ ਕੰਮ ਕੀਤਾ ਹੈ ਪੰਜਾਬ ਵਾਸਤੇ, ਪੰਜਾਬੀਆਂ ਵਾਸਤੇ, ਪੂਰੇ ਹਿੰਦੁਸਤਾਨ ਵਾਸਤੇ, ਹਿੰਦੁਸਤਾਨ ਵਾਸਤੇ। ਕੋਈ ਅਜਿਹਾ ਕੰਮ ਨਹੀਂ ਹੈ ਕਿ ਭਾਰਤੀ ਜਨਤਾ ਪਾਰਟੀ, ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਜੋ ਚੰਗੇ ਕੰਮ ਕੀਤੇ, ਬੜੇ ਅੱਛੇ ਕੰਮ ਕੀਤੇ, ਦੇਸ਼ ਨੂੰ ਤਰੱਕੀ ਵੱਲ ਲੈ ਕੇ ਗਏ ਨੇ, ਸਭ ਨੂੰ ਪਤਾ। ਤਾਂ ਨੀਤੀ ਔਰ ਪਾਲਿਸੀ ਦੇਖ ਕੇ ਹਰੇਕ ਬੰਦਾ ਪਾਰਟੀ ਨਾਲ ਜੁੜਦਾ ਹੈ। ਹੁਣ ਕਾਂਗਰਸ ਨਾਲ ਕੌਣ ਜੁੜੇਗਾ? ਡੁੱਬਦਾ ਜਹਾਜ਼ ਹੈ, ਡੁੱਬਦੇ ਜਹਾਜ਼ 'ਚ ਕੋਈ ਨਹੀਂ ਚੜਦਾ। ਬਾਕੀ ਖੇਤਰੀ ਪਾਰਟੀਆਂ, ਉਹਨਾਂ ਦਾ ਜਿਹੜਾ ਹਾਲ ਹੈ ਉਹ ਸਾਰੇ ਜਾਣਦੇ ਆ, ਔਰ ਸਭ ਨੂੰ ਪਤਾ ਹੈ ਕਿ ਆਉਣ ਵਾਲਾ ਟਾਈਮ ਜਿਹੜਾ ਹੈ ਭਾਰਤੀ ਜਨਤਾ ਪਾਰਟੀ ਦਾ ਲੰਬਾ ਚੱਲਣਾ ਹੈ। ਕਿਉਂ ਕਿ ਦੇਸ਼ ਹਿੱਤ ਵਿੱਚ ਗੱਲ ਕਰਦੇ ਆ, ਦੇਸ਼ ਦੇ ਵਿੱਚ ਜੋ ਵੀ ਸਮੱਸਿਆ ਉਹ ਵੀ ਹੱਲ ਹੁੰਦੀ ਹੈ। ਔਰ ਜਿੱਥੇ ਜਿੱਥੇ ਭਾਰਤੀ ਜਨਤਾ ਪਾਰਟੀ ਜਿਹਨਾਂ ਸੂਬਿਆਂ 'ਚ ਸਰਕਾਰ ਬਣੀ, ਸੂਬਿਆਂ ਨੇ ਤਰੱਕੀ ਕੀਤੀ ਹੈ, ਲਾ ਐਂਡ ਆਰਡਰ ਕੰਟਰੋਲ ਹੋਇਆ ਹੈ, ਔਰ ਭਾਈਚਾਰਾ ਵੀ ਕਾਮਯਾਬ ਹੋਇਆ ਹੈ। ਤਾਂ ਇਸ ਵਿੱਚ ਕੋਈ ਇਹ ਨਹੀਂ ਹਿੰਦੂ ਔਰ ਸਿੱਖ ਦੀ ਕਦੇ ਕੋਈ ਗੱਲ ਨਾ ਹੀ ਤਾਂ ਹੈ, ਨਾ ਕਰਨੀ ਚਾਹੀਦੀ ਹੈ। ਅਸੀਂ ਭਰਾ ਹੈਗੇ ਆ, ਬਾਬੇ ਨਾਨਕ ਦੇ ਜਿਹੜਾ ਉਪਦੇਸ਼ ਹੈ ਉਹਦੇ ਸਾਰਿਆਂ ਨੂੰ ਚੱਲੇ, ਮਨੁੱਖ ਦੀ ਜਾਤ ਇੱਕੋ ਪਹਿਚਾਣ, ਸਾਡੇ 'ਚ ਕੋਈ ਫਰਕ ਨਹੀਂ, ਅਸੀਂ ਇੱਕ ਹੈਗੇ ਆ। ਅੱਛਾ, ਮਨਜਿੰਦਰ ਸਿੰਘ ਸਿਰਸਾ ਹੋਣਾ ਦੇ ਸ਼ਾਮਲ ਹੋਣ ਤੋਂ ਬਾਅਦ ਕਈ ਤਰੀਕੇ ਦੀਆਂ ਚਰਚਾਵਾਂ, ਕਈ ਤਰੀਕੇ ਦੀ ਬਿਆਨਬਾਜ਼ੀ ਵੀ ਆ ਰਹੀ ਹੈ। ਸੁਖਬੀਰ ਸਿੰਘ ਬਾਦਲ ਹੋਣਾ ਨੇ ਅੱਜ ਵੀ ਪ੍ਰੈਸ ਕਾਨਫਰੰਸ ਕੀਤੀ, ਕਹਿੰਦੇ ਡਰਾ ਕੇ ਸਾਡੇ ਬੰਦੇ ਲੈ ਕੇ ਜਾ ਰਹੀ ਹੈ ਬੀਜੇਪੀ ਹੁਣ। ਦੇਖੋ, ਹਿੰਦੁਸਤਾਨ ਪ੍ਰਜਾਤੰਤਰ ਦੇਸ਼ ਹੈ ਤੇ ਕੋਈ ਨਹੀਂ ਡਰਦਾ। ਜੇ ਹਿੰਦੁਸਤਾਨ ਦੇ ਲੋਕ ਡਰਦੇ ਹੁੰਦੇ ਤਾਂ ਇਹ ਦੇਸ਼ ਆਜ਼ਾਦ ਨਹੀਂ ਹੋਣਾ ਸੀਗਾ। ਬਹਾਦਰ ਲੋਕ ਨੇ ਔਰ ਪ੍ਰਜਾਤੰਤਰ ਇੱਥੇ ਹੈ, ਕੋਈ ਕਿਸੇ ਨਾ ਤਾਂ ਕਿਸੇ ਤੋਂ ਕੋਈ ਡਰਦਾ ਤੇ ਨਾ ਕੋਈ ਕਿਸੇ ਨੂੰ ਡਰਾਉਂਦਾ। ਵੋਟ ਦੀ ਰਾਜਨੀਤੀ ਹੈ, ਔਰ ਵੋਟ ਜਿਹੜਾ ਹੈ ਉਹ ਸ਼ਹੀਦ, ਵੋਟ ਸਭ ਤੋਂ ਵੱਡੀ ਤਾਕਤ ਵੋਟ ਸਾਡੇ ਕੋਲ ਹੈਗੀ, ਜਿਹੜੀ ਸ਼ਹੀਦਾਂ ਨੇ ਕੁਰਬਾਨੀ ਦੇ ਕੇ ਸਾਨੂੰ ਲੈ ਕੇ ਦਿੱਤੀ ਹੋਈ ਹੈ। ਔਰ ਜਿਹੜਾ ਇਨਸਾਨ ਕੰਮ ਕਰਦਾ ਹੈ, ਵਾਅਦੇ ਤੇ ਜਿਹੜਾ ਸੱਚਾ ਉਤਰਦਾ, ਉਹਨੂੰ ਲੋਕ ਵੋਟ ਪਾਉਂਦੇ ਨੇ। ਇਹਦੇ ਵਿੱਚ ਡਰਾਉਣ ਧਮਕਾਉਣ ਵਾਲੇ, ਕੋਈ ਹੁਣ ਕਿਸੇ ਨੂੰ ਕੋਈ ਪੁੱਛੇ ਵੀ ਤੁਹਾਡਾ ਬੰਦਾ ਸੀ ਕਿਉਂ ਚਲਾ ਗਿਆ, ਤਾਂ ਮਤਲਬ ਕੁਝ ਵੀ ਕਹਿ ਸਕਦੇ ਆ। ਲੀਡਰ ਜਿਹੜੇ ਹੈ, ਕੋਈ ਨੇਤਾ ਕਿਸੇ ਤਰ੍ਹਾਂ ਆਪਣੀ ਜ਼ਬਾਨ ਨੂੰ ਕਹਿੰਦਾ ਹੈ, ਪਰ ਪਬਲਿਕ ਜੋ ਹੈ ਸਾਰੀ ਸਭ ਕੁਝ ਜਾਣਦੀ ਹੈ। ਕੋਈ ਨਾ ਕੋਈ ਡਰਾਉਂਦਾ ਨਾ ਕੋਈ ਡਰਦਾ। ਜੇ ਇਹ ਜਿਹਾ ਕੋਈ ਮੋਦੀ ਸਾਹਿਬ ਜਿਹੜਾ ਦੇਸ਼ ਦੇ ਲੋਕਾਂ ਨਾਲ ਪਿਆਰ ਕਰਦੇ ਆ, ਪੰਜਾਬ ਨਾਲ ਕਰਦੇ ਆ ਪਿਆਰ, ਪੰਜਾਬੀਆਂ ਨਾਲ ਕਰਦੇ ਆ, ਪੂਰੇ ਦੇਸ਼ 135 ਕਰੋੜ ਲੋਕਾਂ ਨਾਲ ਪਿਆਰ ਕਰਦੇ ਆ। ਹਮੇਸ਼ਾ ਮਤਲਬ ਜਦੋਂ ਕੋਈ ਵਿਕਾਸ ਦੀ ਗੱਲ ਆਉਂਦੀ ਹੈ ਤਾਂ 135 ਕਰੋੜ ਪੂਰੇ ਦੇਸ਼ ਵਾਸੀਆਂ ਦੀ ਗੱਲ, ਕਦੇ ਧਰਮ ਦੀ ਔਰ ਜਾਤ ਦੀ ਭਾਰਤੀ ਜਨਤਾ ਪਾਰਟੀ ਨੇ ਗੱਲ ਨਹੀਂ ਕੀਤੀ। ਪੂਜਾ ਪੱਤ ਦੀ ਹੈ, ਆਪਣੀ ਸਾਰੇ ਕਰਦੇ ਆ, ਇਹਦੀ ਕੋਈ ਗੱਲ ਨਹੀਂ। ਅੱਛਾ, ਗਰੇਵਾਲ ਸਾਹਿਬ ਹੁਣਾਂ ਤੋਂ ਜਵਾਬ ਲੈ ਲੈਣੇ। ਗਰੇਵਾਲ ਸਾਹਿਬ, ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦਾ ਵੀ ਬਿਆਨ ਆਇਆ ਅੱਜ। ਉਹ ਵੀ ਕਹਿੰਦੇ ਨੇ ਕਿ ਮੇਰੀ ਸਿਰਸਾ ਹੋਣਾ ਦੇ ਨਾਲ ਵੀ ਗੱਲਬਾਤ ਹੋਈ ਸੀਗੀ, ਮੈਨੂੰ ਇਉਂ ਲੱਗਾ ਕਿ ਸ਼ਾਇਦ ਜਿੱਦਾਂ ਬੀਜੇਪੀ ਨੇ ਇਹ ਗੱਲ 2 ਆਪਸ਼ਨ ਰੱਖੀਆਂ ਹੋਣ, ਜਾਂ ਜੇਲ੍ਹ ਚਲੇ ਜਾਓ ਤੇ ਜਾਂ ਬੀਜੇਪੀ ਜੁਆਇਨ ਕਰ ਲਓ। ਇਦਾਂ ਦੀ ਕਿਉਂ ਸਟੇਟਮੈਂਟ ਇਦਾਂ ਦੀਆਂ ਆ ਰਹੀਆਂ? ਮੇਰੇ ਖਿਆਲ ਉਹਨਾਂ ਨੂੰ ਗਲਤਫਹਿਮੀ ਹੋ ਗਈ। ਸਿਰਸਾ ਸਾਹਿਬ ਨੇ ਉਹਨਾਂ ਨੂੰ ਇਦਾਂ ਦੀ ਗੱਲ ਕੋਈ ਨਹੀਂ ਕਹੀ ਹੋਣੀ, ਨਾ ਇਦਾਂ ਦੀ ਕੋਈ ਗੱਲ ਸੀ। ਤੇ ਇਹਦਾ ਸਪਸ਼ਟੀਕਰਨ ਤਾਂ ਜਥੇਦਾਰ ਸਾਹਿਬ ਖੁਦ ਹੀ ਦੇ ਸਕਦੇ ਆ, ਤੇ ਮੈਂ ਉਹਨਾਂ ਦੇ ਬਾਰੇ ਕਿੱਦਾਂ ਦੱਸਾਂ ਕਿ ਉਹਨਾਂ ਨੂੰ ਕਿੱਦਾਂ ਫੀਲ ਹੋ ਗਿਆ ਇਹ। ਤੇ ਬੀਜੇਪੀ ਕਦੇ ਕਿਸੇ ਨੂੰ ਡਰਾਉਂਦੀ ਨਹੀਂ ਹੈ। ਸਿਰਸਾ ਸਾਹਿਬ ਤਾਂ ਸਾਡੇ ਪ੍ਰਧਾਨ ਮੰਤਰੀ ਨੇ, ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੀ। ਉਹਨਾਂ ਨੂੰ ਮਹਿਸੂਸ ਹੋਇਆ ਕਿ ਇਸ ਦੇਸ਼ ਦਾ ਪ੍ਰਧਾਨ ਮੰਤਰੀ ਵੀ ਸਿੱਖ ਰਹਿ ਗਿਆ, ਰਾਸ਼ਟਰਪਤੀ ਵੀ ਸਿੱਖ ਰਹਿ ਗਿਆ। ਕਦੇ ਕਿਸੇ ਨੇ 84 ਦੀ ਨਸਲਕੁਸ਼ੀ ਦਾ ਤੇ ਅਕਾਲ ਤਖਤ ਸਾਹਿਬ ਢਹਿ ਢੇਰੀ ਕਰਨ ਦਾ ਇਨਸਾਫ ਨਹੀਂ ਦਿੱਤਾ। ਤੇ
ਕਾਂਗਰਸ ਦੇ ਤਾਂ ਹੁਣ ਵੀ ਜਗਦੀਸ਼ ਟਾਈਟਲ ਨੂੰ ਪਾਰਟੀ 'ਚ ਪਦ ਦਿੱਤਾ ਤੇ ਉਹਨਾਂ ਨੂੰ ਚੀਫ ਮਿਨਿਸਟਰ ਵੀ ਬਣਾਇਆ, ਸੈਂਟਰ 'ਚ ਮਿਨਿਸਟਰ ਵੀ ਬਣਾਏ, ਐਮਪੀ ਵੀ ਬਣਾਏ, ਜਿਨ੍ਹਾਂ ਨੇ ਸਿੱਖਾਂ ਦੀ ਨਸਲਕੁਸ਼ੀ ਕਰਵਾਈ ਸੀ, ਇਹ ਕੀਤੀ ਸੀ, ਜਿਨ੍ਹਾਂ ਤੇ ਦੋਸ਼ ਸੀਗੇ। ਤੇ ਪਰ ਪ੍ਰਧਾਨ ਮੰਤਰੀ ਜੀ ਨੇ ਆਉਂਦੇ ਹੀ ਸਿੱਟ ਬਣਾ ਕੇ ਉਹਨਾਂ ਨੂੰ ਸਜ਼ਾ ਦਿਲਵਾਤੀ। ਔਰ ਜਿਹੜੀ ਕਾਲੀ ਸੂਚੀ ਸੀ, ਬਲੈਕ ਲਿਸਟ, 35 36 ਸਾਲ ਤੋਂ ਲੋਕ ਆਪਦੇ ਘਰਾਂ 'ਚ ਨਹੀਂ ਸੀ ਆ ਪਾ ਰਹੇ, ਕਿਸੇ ਨੇ ਮੰਗ ਨਹੀਂ ਕੀਤੀ, ਉਹਨਾਂ ਨੇ ਉਹ ਬਲੈਕ ਲਿਸਟ ਖਤਮ ਕੀਤੀ। ਉਸ ਤੋਂ ਬਾਅਦ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਤੇ ਵਾਜਪਾਈ ਜੀ ਦੇ ਟਾਈਮ ਉਹਨਾਂ ਨੇ ਪਾਕਿਸਤਾਨ 'ਚ ਕਿਹਾ ਸੀ 1999 ਜਦੋਂ ਗਏ ਸੀ ਬੱਸ ਲੈ ਕੇ, ਉਦੋਂ ਕਿਹਾ ਸੀ ਕਿ ਇਹ ਬਣਨਾ ਚਾਹੀਦਾ। ਤੇ ਨਰਿੰਦਰ ਮੋਦੀ ਜੀ ਨੇ 70 ਸਾਲਾਂ ਦੀਆਂ ਅਰਦਾਸਾਂ ਕਰਦੇ ਕਰਦੇ ਲੋਕਾਂ ਦੀਆਂ ਅਰਦਾਸਾਂ ਨੂੰ ਬੂਰ ਪਾਇਆ ਤੇ ਉਹਨਾਂ ਨੇ ਉਹ ਕੋਰੀਡੋਰ ਬਣਾਤਾ। ਉਸ ਤੋਂ ਬਾਅਦ 106 ਕਰੋੜ ਤੋਂ ਵੱਧ ਲੋਕਾਂ ਨੂੰ ਵੈਕਸੀਨੇਸ਼ਨ ਕਰਕੇ ਸੁਰੱਖਿਅਤ ਕੀਤਾ ਕੋਵਿਡ ਦੀ ਮਹਾਮਾਰੀ ਤੋਂ, ਤੇ ਉਹ ਫਿਰ ਕਰਤਾਰਪੁਰ ਕੋਰੀਡੋਰ ਖੋਲ੍ਹਤਾ। ਤਾਂ ਇਹ ਸਿੱਖਾਂ ਦੇ ਲਈ ਜਿੰਨਾ ਇਹ ਪ੍ਰਧਾਨ ਮੰਤਰੀ ਕਰ ਰਹੇ ਅੱਜ ਤੱਕ ਕਿਸੇ ਪ੍ਰਧਾਨ ਮੰਤਰੀ ਨੇ ਨਹੀਂ ਕੀਤਾ। ਇਸ ਕਰਕੇ ਸਿਰਸਾ ਸਾਹਿਬ ਨੂੰ ਆਖਰ ਉਹ ਵੀ ਇਨਸਾਨ ਨੇ, ਉਹ ਸਿੱਖ ਕੌਮ ਦੇ ਲਈ ਗੱਲ ਕਰਦੇ ਸੀ, ਉਹਨਾਂ ਨੂੰ ਫੀਲ ਹੋਇਆ ਕਿ ਵੀ ਮੈਨੂੰ ਇਹੋ ਜਿਹੀ ਪਾਰਟੀ ਜੁਆਇਨ ਕਰਨੀ ਚਾਹੀਦੀ ਹੈ, ਕਿਉਂਕਿ ਜਿੰਨਾ ਨੁਕਸਾਨ ਬਾਦਲਾਂ ਨੇ ਕੀਤਾ ਸਿੱਖ ਕੌਮ ਦਾ, ਉਹਨਾਂ ਨੁਕਸਾਨ ਤਾਂ ਕਿਸੇ ਨੇ ਵੀ ਨਹੀਂ ਕੀਤਾ। ਇਹੀ ਆਗੂ ਸੀਗੇ ਨਾ ਬਈ ਜੇ ਸਿੱਖ ਕੌਮ ਗਲਤ ਦਿਸ਼ਾ ਨੂੰ ਗਈ ਤਾਂ ਤੁਹਾਡੇ ਹੁੰਦੇ ਗਈ। ਜਦੋਂ ਤੁਸੀਂ ਲੀਡਰ ਹੋ, ਲੀਡਰ ਦਾ ਕੰਮ ਹੁੰਦਾ ਦਸ਼ਾ ਤੇ ਦਿਸ਼ਾ ਬਦਲਣਾ, ਉਹ ਲੀਡਰ ਦਾ ਕੰਮ ਹੁੰਦਾ। ਜੇ ਤੁਸੀਂ ਨਹੀਂ ਬਦਲੀ, ਤੁਸੀਂ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲੱਗੇ। ਸ਼੍ਰੋਮਣੀ ਅਕਾਲੀ ਦਲ ਜਿਹੜਾ, ਉਹ ਤਾਂ ਬਹੁਤ ਸ਼ਹਾਦਤਾਂ ਤੋਂ, ਸੰਘਰਸ਼ਾਂ ਤੋਂ ਬਾਅਦ ਖੜਾ ਹੋਏ ਦਲ ਆ, ਔਰ 100 ਸਾਲ ਤੋਂ ਵੀ ਵੱਧ ਸਮਾਂ ਉਹਨੂੰ ਹੋ ਗਿਆ, ਤੇ ਅੱਜ ਆ ਕੇ ਉਹ ਪਰਿਵਾਰਕ ਦਲ ਬਣ ਗਿਆ। ਤੇ ਇਸ ਕਰਕੇ ਉਹਨੂੰ ਗਲਤ ਦਿਸ਼ਾ ਦੇਣਾ ਜਿਹੜਾ ਉਹ ਉਹਨਾਂ ਦਾ ਕੰਮ ਆ, ਤੇ ਉਹ ਇਸ ਕਰਕੇ ਗਲਤ ਕਮੈਂਟਸ ਕਰ ਰਹੇ ਆ। ਮੈਂ ਉਹਨਾਂ ਦੇ ਕਮੈਂਟਸ ਦੇ ਕੋਈ ਜਵਾਬ ਨਹੀਂ ਦੇਣੇ ਚਾਹੁੰਦਾ। ਸਿਰਸਾ ਸਾਹਿਬ ਆਪਣੇ ਆਪ ਦੇਣੇ ਹੋਣਗੇ ਤਾਂ ਦੇਣਗੇ, ਨਹੀਂ ਤਾਂ ਉਹ ਠੀਕ ਜਗ੍ਹਾ ਤੇ ਆਏ ਨੇ ਔਰ ਕੌਮ ਦੀ ਸੇਵਾ ਕਰਨ ਲਈ ਆਏ ਨੇ, ਜਿੱਦਾਂ ਉਹਨਾਂ ਨੇ ਕਿਹਾ ਹੀ ਹੈ। ਅੱਛਾ, ਹੁਣ ਇਹੀ ਇਲਜ਼ਾਮ ਅਕਾਲੀ ਦਲ ਬੀਜੇਪੀ ਤੇ ਲਗਾ ਰਿਹਾ। ਉਹ ਕਹਿੰਦਾ ਨੇ ਕਿ ਬੈਕਡੋਰ ਦੇ ਜਰੀਏ ਜਿਹੜਾ ਉਹ ਸਿੱਖਾਂ ਦੇ ਗੁਰੂ ਧਾਮਾਂ ਦੇ ਉੱਪਰ ਜਿਹੜਾ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੀ ਕੇਂਦਰ ਸਰਕਾਰ। ਕਹਿੰਦੇ ਇਸੇ ਕਾਰਨ ਸਿਰਸਾ ਉਹਨਾਂ ਦੀ ਪ੍ਰਧਾਨਗੀ ਦੇ ਵਿੱਚ ਅੜਚਨਾ ਪਾਈ ਗਈ, ਉਹਨਾਂ ਤੇ ਦਬਾਅ ਬਣਾ ਕੇ ਜਿਹੜਾ ਬੀਜੇਪੀ ਦੇ ਵਿੱਚ ਸ਼ਾਮਲ ਕਰਵਾਇਆ ਗਿਆ। ਗੱਲ ਇਹ ਹੈ ਕਿ ਕਾਨੂੰਨ ਦਾ ਰਾਜ ਹੈ ਇੱਥੇ, ਹਾਈ ਕੋਰਟ ਵੀ ਹੈ, ਸੁਪਰੀਮ ਕੋਰਟ ਵੀ ਹੈ। ਜੇ ਕੋਈ ਕਿਸੇ ਨਾਲ ਧੱਕਾ ਕਰਦਾ, ਕੋਈ ਸਰਕਾਰ ਨਹੀਂ ਕਰ ਸਕਦੀ। ਕਾਨੂੰਨ ਦਾ ਸਾਹਮਣਾ ਕਰੇ ਔਰ ਇਹਨਾਂ ਕੋਲ ਜਾਵੇ, ਤੇ ਨਿਆਂਪਾਲਿਕਾ ਹਮੇਸ਼ਾ ਨਿਆਂ ਦਿੰਦੀ ਆ। ਸਾਡੇ ਦੇਸ਼ ਦਾ ਇਸ ਤਰ੍ਹਾਂ ਦਾ ਸਿਸਟਮ, ਡੈਮੋਕ੍ਰੇਸੀ ਹੈ ਇਹ। ਇਦਾਂ ਦੀਆਂ ਗੱਲਾਂ ਕਰਨੀਆਂ ਤਾਂ ਮੈਂ ਸਮਝਦਾ ਲੋਕਤੰਤਰ ਦਾ ਅਪਮਾਨ ਕਰਦੇ ਆ ਐਸੇ ਲੋਕ ਜਿਹੜੇ ਕਰਦੇ ਆ। ਉਹਨਾਂ ਦੀ ਸੋਚ ਹੋਊਗੀ ਤੇ ਆਪਣੇ ਆਪ ਪਬਲਿਕ ਉਹਨਾਂ ਨੂੰ ਜਵਾਬ ਦੇ ਦੂ। ਅੱਛਾ ਜਾਨੀ ਸਾਹਿਬ, ਇਹ ਵੀ ਚਰਚਾ ਚੱਲਦੀ ਹੈ ਕਿ ਕਈ ਹੋਰ ਵੱਡੇ ਲੀਡਰ ਵੀ ਬੀਜੇਪੀ ਦੇ ਵਿੱਚ ਸ਼ਾਮਲ ਹੋ ਰਹੇ ਨੇ। ਤੁਹਾਡੇ ਲੀਡਰ ਦਾਅਵਾ ਕਰਦੇ ਨੇ, ਵਾਕਈ ਗੱਲ ਠੀਕ ਹੈ, ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਲੀਡਰ ਜਿਹੜੇ ਵੱਡੀਆਂ ਪਾਰਟੀਆਂ ਦੇ ਦੇਖਣ ਨੂੰ ਮਿਲ ਸਕਦੇ ਬੀਜੇਪੀ 'ਚ? ਦੇਖੋ, ਅਸੀਂ ਕਿਸੇ ਨੂੰ ਲੈ ਕੇ ਨਹੀਂ ਆ ਰਹੇ। ਸਾਡੀ ਪਾਲਿਸੀ ਔਰ ਨੀਤੀ, ਸਾਡਾ ਦੇਸ਼ ਦੇ ਪ੍ਰਧਾਨ ਮੰਤਰੀ ਦਾ ਕੰਮ, ਔਰ ਜਿਹੜੇ ਸਾਡੇ ਸੂਬਿਆਂ ਦੇ ਜਿੰਨੇ ਕੰਮ ਹੋਏ ਲਾਅ ਐਂਡ ਆਰਡਰ ਕੰਟਰੋਲ, ਲੋਕ ਉਸ ਦੇਖ ਕੇ ਆ ਰਹੇ ਨੇ। ਅਸੀਂ ਕਿਸੇ ਨੂੰ ਲੈ ਕੇ ਆ ਰਹੇ, ਆਪਦੀ ਨੀਅਤ ਨਾਲ ਔਰ ਸਾਡੀ ਨੀਤੀ ਦੇਖ ਕੇ ਆ ਰਹੇ ਨੇ। ਅੱਛਾ ਗਰੇਵਾਲ ਸਾਹਿਬ, ਲੀਡਰ ਤਾਂ ਜ਼ਰੂਰ ਪਾਰਟੀ ਦੇ ਵਿੱਚ ਸ਼ਾਮਲ ਹੋਣੇ ਸ਼ੁਰੂ ਹੋ ਗਏ। ਖੇਤੀ ਕਾਨੂੰਨਾਂ ਦਾ ਰੌਲਾ ਸੀਗਾ ਕਿ ਖੇਤੀ ਕਾਨੂੰਨ ਵਾਪਸ ਨਹੀਂ ਹੋਣੇ, ਖੇਤੀ ਕਾਨੂੰਨ ਵਾਪਸ ਹੋ ਗਏ, ਪਰ ਕਿਸਾਨ ਤਾਂ ਅੱਜ ਵੀ ਉੱਥੇ ਬੈਠੇ ਨੇ। ਉਹ ਕਹਿੰਦੇ ਸਾਡੀਆਂ ਮੰਗਾਂ ਅਜੇ ਵੀ ਅਧੂਰੀਆਂ ਨੇ, ਸਾਡੀਆਂ ਪੂਰੀਆਂ ਕਰੋਗੇ ਤਾਂ ਅਸੀਂ ਵਾਪਸ ਜਾਣਾ। ਗੱਲ ਇਹ ਆ, ਉਹਨਾਂ 'ਚ ਅਲੱਗ-ਅਲੱਗ ਵਿਚਾਰਧਾਰਾ। ਉਹ ਕਿਸਾਨ ਸੰਗਠਨਾਂ ਦਾ ਅੰਦੋਲਨ ਸੀ, ਉਹ ਸਿਆਸਤ ਤੋਂ ਪ੍ਰੇਰਿਤ ਨੇ ਉਹ ਲੋਕ। ਜਿਹੜਾ ਸੜਕਾਂ ਤੇ ਕਿਸਾਨ ਬੈਠਾ ਸੀ, ਉਹ ਜੈਨੂਨ ਕਿਸਾਨ ਬੈਠਾ ਸੀ। ਉਹਨੂੰ ਇਹ ਸਮਝਾਉਣ 'ਚ ਕਾਮਯਾਬ ਹੋ ਗਏ ਤੇਰੀ ਜ਼ਮੀਨ ਖੋ ਕੇ ਇਹਨਾਂ ਕਾਨੂੰਨਾਂ ਨਾਲ ਅਡਾਨੀ ਅੰਬਾਨੀ ਨੂੰ ਦੇ ਦੇਣੀ ਹੈ। ਉਹ ਤਾਂ ਗੁੱਸੇ 'ਚ ਹੋ ਕੇ ਆ ਗਿਆ ਸੀ ਮਾਰਨ ਤੇ। ਤੇ ਇਹ ਜਿਹੜੇ ਲੋਕ ਨੇ ਇਹ ਸਿਆਸਤ ਤੋਂ ਪ੍ਰੇਰਿਤ ਨੇ। ਜੇ ਇਹ ਅੰਦੋਲਨ ਕਿਸਾਨ ਦੇ ਲਈ ਹੁੰਦਾ, ਕਾਂਗਰਸ ਦਾ, ਜਾਂ ਇਹਨਾਂ ਨੇ ਮੋਢਾ ਲੱਭ ਕੇ ਆਪਣੀ ਸਿਆਸਤ ਨਾਲ ਪੂਰੀ ਕਰਨੀ ਹੁੰਦੀ, ਤਾਂ ਇਹ ਜਦੋਂ ਕਾਨੂੰਨ ਵਾਪਸ ਹੋ ਗਏ ਸੀ, ਕਿਸਾਨ ਦੇ ਇਹ ਸਾਰੀਆਂ ਗੱਲਾਂ ਪ੍ਰਧਾਨ ਮੰਤਰੀ ਜੀ ਨੇ ਕਰਤੀਆਂ, ਤੇ ਉਸ ਤੋਂ ਬਾਅਦ ਇਹ ਅੰਦੋਲਨ ਉੱਠ ਜਾਣਾ ਚਾਹੀਦਾ ਸੀ। ਹੁਣ ਇਹ ਅੱਗੇ ਪਤਾ ਲੱਗੂਗਾ, ਨਹੀਂ ਤਾਂ ਲੋਕ ਉਠਾਉਣਗੇ ਇਹਨਾਂ ਨੂੰ, ਐਸੀ ਕੋਈ ਗੱਲ ਨਹੀਂ ਹੈ। ਉਹ ਕਹਿੰਦੇ ਅਸੀਂ ਤਾਂ ਹੁਣ ਹੀ ਉੱਠ ਜਾਂਦੇ। ਕਹਿੰਦੇ ਜਿਹੜੇ ਕੇਸ ਦਰਜ ਸੀਗੇ ਸਾਡੇ, ਉਹ ਕਹਿੰਦੇ ਵਾਪਸ ਲੈ ਲਓ। ਜ਼ਬਾਨੀ ਤੌਰ ਤੇ ਕਹਿ ਦਿੱਤਾ ਗਿਆ, ਐਮਐਸਪੀ ਤੇ ਕਮੇਟੀ ਵੀ ਕੇਂਦਰ ਵੱਲੋਂ ਕਹਿ ਦਿੱਤਾ ਗਿਆ ਕਿ ਅਸੀਂ ਬਣਾਵਾਂਗੇ। ਕਹਿੰਦੇ ਜਿਹੜੇ ਕੇਸ ਦਰਜ ਹੋਏ ਨੇ ਉਹ ਵਾਪਸ ਲੈ ਲਓ, ਅਸੀਂ ਸਵੇਰੇ ਉੱਠ ਜਾਂਦੇ। ਭਾਈ ਇਹਨਾਂ ਨੇ ਲਿਖਤ 'ਚ 5 ਨਾਮ ਦਿੱਤੇ ਆ ਕਿਸਾਨ ਜਥੇਬੰਦੀਆਂ ਦੇ ਲੀਡਰਾਂ ਦੇ, ਉਹਨਾਂ ਨੇ ਖੁਦ ਹੀ ਕਾਨੂੰਨ ਬਣਾਉਣਾ, ਠੀਕ ਹੈ। ਔਰ ਦੂਸਰੇ ਪਾਸੇ ਜਿਹੜਾ ਕੇਸਾਂ ਦੀ ਗੱਲ ਆ, ਉਹ ਸਟੇਟ ਗਵਰਨਮੈਂਟ ਦਾ ਕੰਮ ਹੁੰਦਾ, ਲਾਅ ਐਂਡ ਆਰਡਰ ਮੇਨਟੇਨ ਕਰਨਾ। ਉਹ ਹਰਿਆਣਾ ਸਰਕਾਰ ਨੇ ਉਹਨਾਂ ਨਾਲ ਮੀਟਿੰਗ ਰੱਖ ਲਈ ਹੈ, ਉਹਨਾਂ ਦੀ ਗੱਲਬਾਤ ਚੱਲ ਰਹੀ ਹੈ, ਉਹ ਵੀ ਵਾਪਸ ਹੋ ਜਾਣੇ ਆ, ਤੇ ਉਹ ਤਾਂ ਕੋਈ ਝਗੜਾ ਹੀ ਨਹੀਂ ਰਹਿ ਗਿਆ। ਤੇ ਇਹ ਤਾਂ ਝਗੜਾ ਕਾਂਗਰਸ ਪਾ ਰਹੀ ਹੈ। ਅੱਜ ਚੀਫ ਮਿਨਿਸਟਰ ਪੰਜਾਬ ਨੇ ਵੀ ਬਿਆਨ ਦਿੱਤਾ ਕਿ ਤੁਸੀਂ ਘਰਾਂ ਨੂੰ ਵਾਪਸ ਨਾ ਆਇਓ, ਉੱਥੇ ਹੀ ਰਹੋ, ਕਿਉਂਕਿ ਉਹਨਾਂ ਨੇ ਵਾਅਦੇ ਪੂਰੇ ਨਹੀਂ ਕੀਤੇ ਆਪਦੀ ਮੈਨੀਫੈਸਟੋ 'ਚ ਰੱਖ ਕੇ, ਤੇ ਉਹਨਾਂ ਨੂੰ ਲੱਗਦਾ ਕਿ ਹੁਣ ਸਾਡੇ ਗੱਲ ਪੈਣਗੇ ਇਹ ਆ ਕੇ, ਤੇ ਉਹ ਲੋਕਾਂ ਨੂੰ ਡੀਸੈਂਟ ਵੇ ਨਾਲ ਡੌਜ ਕਰਨਾ ਚਾਹੁੰਦੇ ਆ, ਹੋਰ ਕੋਈ ਗੱਲ ਨਹੀਂ। ਜਾਨੀ ਸਾਹਿਬ,
ਜੇਕਰ ਕਿਸਾਨ ਵਾਪਸ ਪਰਤ ਜਾਂਦੇ ਨੇ ਪੰਜਾਬ ਦੇ ਵਿੱਚ, ਅੰਦੋਲਨ ਹੁਣ ਖਤਮ ਹੋਣ ਦੀ ਕਗਾਰ ਤੇ ਹੈਗਾ, ਤਾਂ ਬੀਜੇਪੀ ਦੇ ਲੰਬਾ ਵਿਰੋਧ ਹੋਇਆ ਬੀਜੇਪੀ ਦਾ ਜਦੋਂ ਤੋਂ ਖੇਤੀ ਕਾਨੂੰਨ ਆਏ ਨੇ, ਤਾਂ ਲੋਕਾਂ ਦੇ ਮਨਾਂ ਦੇ ਵਿੱਚ ਕਿਤੇ ਨਾ ਕਿਤੇ ਬੀਜੇਪੀ ਦੇ ਲਈ ਜਿਹੜਾ ਉਹ ਰਵੱਈਆ ਵੀ ਬਦਲਿਆ ਸੀਗਾ ਕਿ ਕਿਸੇ ਤਰੀਕੇ ਦੇ ਨਾਲ ਜਿਹੜਾ ਖੇਤੀ ਕਾਨੂੰਨ ਲਿਆਂਦੇ ਗਏ, ਤਾਂ ਇਹ ਜਿਹੜਾ ਰਵੱਈਆ ਚੇਂਜ ਹੋਏਗਾ ਹੁਣ? ਦੇਖੋ, ਇਹ ਜਿਹਾ ਕਿਸਾਨ ਯੂਨੀਅਨ ਜਿਹਾ ਸੰਘਰਸ਼ ਮੈਂ ਮੇਰੀ ਜ਼ਿੰਦਗੀ 'ਚ ਹੀ ਨਹੀਂ ਦੇਖਿਆ। 65 ਸਾਲ ਦੀ ਉਮਰ ਹੋ ਗਈ। ਜਿਸ ਤਰ੍ਹਾਂ ਇਹ ਦਹਿਸ਼ਤ ਦਾ ਜਿਹੜਾ ਮਾਹੌਲ ਸੀ, ਸਟੇਜਾਂ ਤੇ ਕਹਿੰਦੇ ਸੀਗੇ ਕਿ ਅਸੀਂ ਮਤਲਬ ਸਾਡਾ ਪੀਸਫੁਲ ਧਰਨਾ ਜਲੂਸ ਹੈ ਸਾਡਾ, ਪਰ ਜੋ ਹਾਲਾਤ ਪੰਜਾਬ ਦੇ ਵਿੱਚ ਛੋਟੇ ਜਿਹੇ ਛੋਟੇ ਵਰਕਰ ਦੇ ਘਰਾਂ ਦੇ ਅੱਗੇ ਬਹਿਣਾ, ਅਪਸ਼ਬਦ ਬੋਲਨੇ, ਕੱਪੜੇ ਤੱਕ ਪਾੜ ਦੇਣੇ, ਗੱਡੀਆਂ ਦੇ ਸ਼ੀਸ਼ੇ ਤੱਕ ਤੋੜ ਦੇਣੇ, ਔਰ ਕਿਸ ਤਰ੍ਹਾਂ ਦੀ ਭਾਸ਼ਾ ਮੋਦੀ ਸਾਹਿਬ ਵਾਸਤੇ, ਔਰ ਜੋ ਜੋ ਘਟਨਾ ਉੱਥੇ ਹੋਈ ਉਹਦਾ ਜ਼ਿਕਰ ਨਹੀਂ ਕਰਨਾ ਚਾਹੀਦਾ ਜਿਹੜੀ ਹੋਗੀ। ਪਰ ਮੈਂ ਇੱਕ ਤੁਹਾਡੇ ਰਾਹੀਂ ਰਾਜੇਵਾਲ ਨੂੰ ਔਰ ਡੱਲੇਵਾਲ ਨੂੰ ਔਰ ਡਾਕਟਰ ਦਰਸ਼ਨਪਾਲ ਨੂੰ ਪੁੱਛਣਾ ਚਾਹਨਾ ਕਿ ਠੀਕ ਹੈ, ਇਹ ਕਾਲੇ ਕਾਨੂੰਨ ਮੋਦੀ ਤੁਸੀਂ ਕਾਲੇ ਕਾਲੇ ਕਰਕੇ ਬਣਾਤੇ, ਕਾਲੇ ਕਾਨੂੰਨ ਨਹੀਂ ਸੀ ਜੋ ਮੋਦੀ ਸਾਹਿਬ ਨੇ ਜਿਹੜੀ ਗੱਲ ਕਹੀ ਜੋ ਸੰਬੋਧਨ ਦੇ ਵਿੱਚ, ਤਾਂ ਉਹ ਸੁਣੋ ਤਾਂ ਸਭ ਸਮਝ ਆ ਜਾਂਦੀ ਹੈ, ਪਰ ਉਹ ਤੁਸੀਂ ਵਾਪਸ ਕਰਾਤੇ। ਪੁਰਾਣਾ ਟਰੈਕ ਠੀਕ ਨਹੀਂ ਹੈ। ਤੁਸੀਂ ਹੁਣ ਦੱਸੋ ਤਾਂ ਸਹੀ, ਹੁਣ ਅਸੀਂ ਕਿਹੜੇ ਪਾਸੇ ਜਾਈਏ? ਤੁਹਾਡੇ ਤਾਂ ਕਿਸਾਨ ਜਥੇਬੰਦੀਆਂ ਜਿਹੜੀ ਕਿਸਾਨਾਂ ਦਾ ਨਹੀਂ, ਕਿਸਾਨ ਜਥੇਬੰਦੀਆਂ ਦਾ ਮੁੱਛ ਦਾ ਸਵਾਲ ਅਸੀਂ ਪਹਿਲੇ ਦਿਨ ਕਹਿੰਦੇ ਸੀ, ਇਹ ਕਿਸਾਨੀ ਮੁੱਦਾ ਨਹੀਂ ਹੈ, ਇਹ ਰਾਜਨੀਤੀ ਮੁੱਦਾ ਹੈ। ਜੇ ਅਗਰ ਇਹ ਰਾਜਨੀਤੀ ਮੁੱਦਾ ਨਾ ਹੁੰਦਾ, ਅਗਰ ਕਿਸਾਨੀ ਮੁੱਦਾ ਹੁੰਦਾ ਤਾਂ ਸਰਕਾਰ ਤਾਂ ਕਹਿੰਦੇ 1 ਘੰਟੇ 'ਚ ਹੱਲ ਹੋ ਜਾਊਗਾ। ਕਿਸਾਨਾਂ ਦੇ ਹਿੱਤ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਹੈ, ਸਾਡੇ ਖੇਤੀਬਾੜੀ ਮੰਤਰੀ ਹੈ, ਸਾਡੇ ਅਮਿਤ ਸ਼ਾਹ ਜੀ, ਸਾਰੇ ਕਿਸਾਨਾਂ ਦੇ ਹਿੱਤ ਵਿੱਚ ਸਰਕਾਰ ਹੈ। ਅਸੀਂ ਵਾਅਦਾ ਕੀਤਾ ਦੁੱਗਣੀ ਆਮਦਨ ਕਰਾਂਗੇ, ਪਰ ਇਹਨਾਂ ਨੇ ਜਿਹੜਾ ਕਿਸਾਨਾਂ ਦਾ ਜਿਹੜਾ ਨੁਕਸਾਨ ਹੋਇਆ, ਮੈਂ ਕਹਿਣਾ ਚਾਹੁੰਦਾ ਕਿ ਇਹਨਾਂ ਦੇ ਤੇ ਮੁੱਛ ਦਾ ਸਵਾਲ ਸੀ, ਮੁੱਛ ਖੜੀ ਰਹੇਗੀ, ਪਰ ਕਿਸਾਨ ਬਰਬਾਦ ਹੋ ਗਿਆ, ਕਿਸਾਨੀ ਬਰਬਾਦ ਹੋ ਗਈ ਹੈ। ਹੁਣ ਆਮਦਨ ਦੁੱਗਣੀ ਨਹੀਂ ਹੋਊਗੀ? ਕਿਵੇਂ ਹੋਊਗੀ ਦੱਸੋ? ਉਹਦੇ ਵਿੱਚ ਸਿਸਟਮ ਦੇ ਵਿੱਚ ਕੀ ਸੀ? ਕਣਕ ਝੋਨੇ। ਅੱਜ ਮੋਦੀ ਸਾਹਿਬ ਜੇ ਕਾਨੂੰਨ ਲੈ ਕੇ ਆਏ, ਕੋਈ ਇੱਕਦਮ ਤਾਂ ਨਹੀਂ ਲੈ ਕੇ ਆਏ, 25 ਸਾਲ ਤੋਂ ਇਹਦੇ ਤੇ ਕੋਗ ਹੋ ਰਹੀ ਹੈ। ਜਿਹੜੇ ਕ੍ਰਿਸ਼ੀ ਮਾਹਿਰ ਸੀ, ਖੇਤੀਬਾੜੀ ਮਾਹਿਰ ਸੀ, ਲੋਕਾਂ ਨੇ ਕਰਦੇ ਨਿਚੋੜ ਕੱਢਿਆ ਸੀ। ਇੱਥੇ ਕਾਂਗਰਸ ਵੀ ਲੈ ਕੇ ਆਣਾ ਚਾਹੁੰਦੀ ਸੀਗੀ, ਔਰ ਪੰਜਾਬ 'ਚ ਇਹ ਕਾਨੂੰਨ ਬਣਾਇਆ ਸੀ, ਬਾਦਲ ਸਾਹਿਬ ਨੇ 13 'ਚ ਬਣਾਇਆ ਸੀ, ਉਹਦੇ 'ਚ ਕਿਸਾਨ ਨੂੰ ਜੁਰਮਾਨਾ ਵੀ ਰੱਖਿਆ ਸੀ, ਸਜ਼ਾ ਵੀ ਰੱਖੀ ਸੀਗੀ, ਕੈਪਟਨ ਸਾਹਿਬ ਵੀ ਲੈ ਕੇ ਆਏ। ਇਹ ਸਾਰੇ ਗੱਲਾਂ ਉਹ ਕਰਦੇ। ਉਹ ਮੋਦੀ ਸਾਹਿਬ ਨੇ ਅਗਰ ਕੀਤਾ ਤਾਂ ਸਭ ਕੁਝ ਉਹਦੇ 'ਚ ਪਹਿਲਾਂ ਕਾਨੂੰਨ ਨੂੰ ਪੜਿਆ ਜਾਵੇ। ਕਾਨੂੰਨ ਇੰਨਾ ਚੰਗਾ ਕਾਨੂੰਨ ਸੀ, ਉਹਦੇ ਨਾਲ ਤਾਂ ਮੈਂ ਕਹਿੰਦਾ ਦੁੱਗਣੀ 4 ਗੁਣੀ ਆਮਦਨ ਹੋਣੀ ਸੀ। ਹੁਣ ਕਿਸਾਨਾਂ ਨੂੰ ਪਤਾ ਲੱਗ ਜਾਣਾ। ਮੋਦੀ ਸਾਹਿਬ ਨੇ ਤਾਂ ਕਾਨੂੰਨ ਵਾਪਸ ਲੈ ਲਏ, ਵੀ ਭਾਈਚਾਰੇ ਵਾਸਤੇ ਲੈ ਲਏ, ਦੇਸ਼ ਦੇ ਹਿੱਤ ਵਾਸਤੇ ਲੈ ਲਏ, ਸੂਬੇ ਦੇ ਹਿੱਤ ਵਾਸਤੇ ਲੈ ਜੇ ਭਾਈਚਾਰੇ ਦੇ ਵਿੱਚ ਕਿਸੇ ਤਰ੍ਹਾਂ ਚਲੋ ਬਈ ਫੂਟ ਨਾ ਹੋਵੇ, ਮੈਂ ਵਾਪਸ ਲੈ ਲੈਣਾ। ਔਰ ਅਸੀਂ ਸਮਝਾ ਨਹੀਂ ਸਕੇ, ਔਰ ਕੀ ਕਹਿਣਾ, ਸਮਝਾਣੇ ਤੋਂ ਜਾਣ ਮਚਲੇ ਸੀ ਕੌਣ, ਉਹ ਸਮਝੇ ਬੈਠੇ ਸੀ। ਜਦੋਂ ਉਹਦੇ ਵਿੱਚ ਰਾਜਨੀਤੀ ਬੜੀ ਹੋਈ ਸੀਗੀ ਤਾਂ ਉਹ ਵਾਪਸ ਲੈ ਲਏ ਵੀ ਚਲੋ ਭਾਈਚਾਰਾ ਕਾਮਯਾਬ ਰਹੇ ਔਰ ਦੇਸ਼ ਦੇ ਹਿੱਤ ਦੇ ਵਿੱਚ ਲਿੱਤਾ ਹੈ ਤੇ ਲੈ ਲਿਆ। ਹੁਣ ਸਾਨੂੰ ਦੱਸਤਾ ਦੇਣ, ਰਾਜੇਵਾਲ ਦੱਸੇ ਸੀ ਅਸੀਂ ਹੁਣ ਕਿਹੜੇ ਪਾਸੇ ਜਾਈਏ। ਕੱਲ ਪਰਸੋਂ ਇੱਕ ਮੇਰੇ ਪਿੰਡ ਦੇ ਵਿੱਚ ਇੱਕ ਟਰਾਲੀ ਲੈ ਕੇ ਗੁੜ ਦੀ ਕਿਸਾਨ ਆਇਆ ਯੂਪੀ ਚੋਂ, ਤੇ ਉਹ ਟੈਕੇ ਸਾਹਿਬ ਨੂੰ ਗਾਲਾਂ ਕੱਢਦਾ ਸੀ ਕਿ ਮੋਦੀ ਸਾਹਿਬ ਨੇ ਕਾਨੂੰਨ ਬਣਾਇਆ ਸੀ, ਅਸੀਂ ਮਰਜ਼ੀ ਉੱਥੇ ਵੇਚਦੇ, ਸਾਨੂੰ ਕੋਈ ਨਹੀਂ ਪੁੱਛਦਾ ਸੀ। ਜਦੋਂ ਦਾ ਵਾਪਸ ਲਿਆ ਤੇ ਅਸੀਂ ਟਰਾਲੀ ਲੈ ਕੇ ਸਾਨੂੰ ਹਰੇਕ ਨੇ ਰੋਕਿਆ, ਕਿੱਥੇ ਜਾ ਰਹੇ ਹੋ, ਪੈਸੇ ਦਿਓ। ਸਾਡੇ ਕੋਲ ਪੈਸੇ ਲੈਤੇ, ਚੁੰਗੀ ਵੀ ਦਿੱਤੀ, ਸਾਨੂੰ ਪਰੇਸ਼ਾਨ ਵੀ ਕੀਤਾ ਗਿਆ। ਇਹ ਮਤਲਬ ਕਿਸਾਨ ਕਦੇ 2 ਕਿੱਲੇ ਵਾਲਾ ਕਿੱਥੇ ਜਾਊਗਾ? ਵੀ ਕਿਸਾਨ ਦੀ ਮਰਜ਼ੀ, ਕੋਈ ਜ਼ਰੂਰੀ ਤਾਂ ਨਹੀਂ ਜਾਣਾ ਉਸ ਕਾਨੂੰਨ ਦੇ ਵਿੱਚ। ਕਾਨੂੰਨ ਨਹੀਂ ਸੀ, ਸੁਵਿਧਾ ਸੀਗੀ, ਤੇ ਲੈਣੀ ਲੈ ਲਓ ਨਾ ਲਓ, ਪਰ ਚਲੋ ਕੋਈ ਨਹੀਂ, ਜਦੋਂ ਮਤਲਬ ਹੋਗੀ ਜਿਹੜੀ ਗੱਲ ਹੋਗੀ, ਸਾਨੂੰ ਨਹੀਂ ਕਰਨੀ ਚਾਹੀਦੀ। ਤੁਸੀਂ ਜਦੋਂ ਪੁੱਛਦੇ ਸਾਨੂੰ ਗੱਲ ਕਰਨੀ ਪੈਂਦੀ ਹੈ, ਪਰ ਮੈਂ ਨਿਰੋਲ ਕਿਸਾਨ ਆ, ਮੈਨੂੰ ਦੁੱਖ ਹੈ। ਔਰ ਕੱਲ ਨੂੰ ਇਸ ਚੀਜ਼ ਦੇ ਕਿਸਾਨਾਂ ਨੂੰ ਵੀ ਪਤਾ ਚੱਲ ਜੂਗਾ ਕਿ ਵੀ ਇਹ ਮਾੜੀ ਗੱਲ ਜਿਹੜੀ ਹੈ ਇਹ ਹੋਈ ਹੈ। ਉਹੀ ਤਾਂ ਮੁੱਛ ਦਾ ਸਵਾਲ ਸੀਗਾ, ਉਹਨਾਂ ਦੀ ਮੁੱਛ ਤਾਂ ਖੜੀ ਹੋਗੀ, ਕਿਸਾਨੀ ਬਰਬਾਦ ਹੋਗੀ। ਠੀਕ ਹੈ ਜੈਨੀ ਸਾਹਿਬ, ਕਾਨੂੰਨ ਤਾਂ ਵਾਪਸ ਹੋ ਗਏ ਨੇ, ਕਹਿੰਦੇ ਨੇ ਕਿ ਥੋੜੀ ਜੀ ਗੱਲ ਹੁਣ ਅੜੀ ਹੋਈ ਆ, ਕਹਿੰਦੇ ਜਾਂ ਲਿਖਤੀ ਦੇ ਦਿਓ, ਤੇ ਕਹਿੰਦੇ ਜਾਂ ਸਾਨੂੰ ਜਿਹੜਾ ਉਹ ਭਰੋਸਾ ਦੇ ਦਿਓ ਲਿਖਤੀ ਤੌਰ ਤੇ ਜਾਂ ਕਹਿੰਦੇ ਕੇਸ ਵਾਪਸ ਲੈ ਲਓ, ਜਾਂ ਸਾਡੀ ਮੀਟਿੰਗ ਕਰਵਾ ਦਿਓ। ਇਦਾਂ ਦਾ ਕੁਝ ਹੋਏਗਾ ਹੁਣ? ਦੇਖੋ, ਇਹ ਰਹੀ ਖਈ ਕਸਰ ਹੈ ਨਾ, ਇਹ ਕਿਸਾਨਾਂ ਨੂੰ ਹੋਰ ਬਰਬਾਦ ਕਰਨਗੇ। ਮੈਂ ਕਹਿੰਦਾ MSP ਹੋਣੀ ਚਾਹੀਦੀ ਹੈ, ਕਿਸਾਨ ਨੂੰ ਇਸ ਚੀਜ਼ ਦੀ ਗਰੰਟੀ ਹੋਣੀ ਚਾਹੀਦੀ ਹੈ। ਪਰ ਕੋਈ ਮੋਦੀ ਸਾਹਿਬ ਪਾਰਲੀਮੈਂਟ 'ਚ ਕਹਿ ਦੇਣ ਕਾਨੂੰਨ ਬਣ ਗਿਆ MSP ਕਰ, ਉਹ ਐਵੇਂ ਤਾਂ ਨਹੀਂ ਬਣਨਾ। ਮੋਦੀ ਸਾਹਿਬ ਨੇ ਕਮੇਟੀ ਬਣਾ ਲਓ, 5 ਕਿਸਾਨ ਹੋ ਜਾਣ, 5 ਮਾਹਿਰ ਹੋ ਜਾਣ, 2 ਲੀਡਰ ਹੋ ਜਾਣ, ਔਰ ਕੋਕ ਤਾਂ ਕਰਨ ਵੀ ਕੋਈ ਇੱਕ ਫਸਲ ਤਾਂ ਹੈ ਨਹੀਂ, ਔਰ ਫਸਲ ਦੀ ਕੈਟਾਗਰੀ ਅਲੱਗ-ਅਲੱਗ ਹੁੰਦੀ ਹੈ, ਤਾਂ ਉਹਦਾ ਰੇਟ ਕਿਸ ਤਰ੍ਹਾਂ ਫਿਕਸ? ਕਾਨੂੰਨ ਬਣਾਤਾ ਵੀ ਇਸ ਤੋਂ ਥੱਲੇ ਖਰੀਦੇਗਾ ਉਹਨੂੰ ਸਜ਼ਾ। ਵੀ ਕੋਈ ਵਪਾਰੀ ਜੇ ਅਗਰ ਖਰੀਦੇਗਾ ਤਾਂ ਉਹਨੂੰ ਨਫਾ ਹੈਗਾ ਤਾਂ ਖਰੀਦੇਗਾ, ਸਜ਼ਾ ਕਰਾਉਣ ਵਾਸਤੇ ਕੌਣ ਖਰੀਦੇਗਾ? ਕਿਸਾਨ ਕਿੱਥੇ ਆਪਦਾ ਲੈ ਕੇ ਜਾਏਗਾ, ਮੈਨੂੰ ਦੱਸੋ। ਪਰ ਇਹਦੇ ਵਿੱਚ ਜੇ ਕਮੀਆਂ ਪੇਸ਼ੀਆਂ ਉਹਦਾ ਕੋਗ ਕਰਕੇ ਕਰ ਲੈਣ। ਮੋਦੀ ਸਾਹਿਬ ਨੇ ਕਹਿਤਾ ਵੀ, ਮੋਦੀ ਸਾਹਿਬ ਨੇ ਕਹਿਤਾ ਕਮੇਟੀ ਬਣਾ ਲਓ, ਔਰ ਵੀ ਜੋ ਕਿਸਾਨਾਂ ਦਾ ਮਸਲਾ ਕਮੇਟੀ ਹੱਲ ਕਰੇ, ਮੈਂ ਲਾਗੂ ਕਰ ਦੇਣਾ। ਸਹਿਮਤ ਹੋ ਗਏ? ਸਹਿਮਤ ਹੈ, ਪਰ ਇਹ ਰਾਜਨੀਤੀ ਹੈ ਨਾ, ਰਾਜਨੀਤੀ ਦੇ ਸਿਵਾ ਕੁਛ ਨਹੀਂ ਹੈ। ਕਦੇ ਵੀ ਇਹਨਾਂ ਨੇ ਦੇਖੋ, ਇੱਧਰ ਇਹ ਸੰਘਰਸ਼ ਕਰਦੇ ਸੀ, ਉਧਰ ਮੀਟਿੰਗਾਂ ਚੱਲਦੇ ਸੀ, ਔਰ ਇਹ ਪ੍ਰੋਗਰਾਮ ਲਿਖਦੇ ਸੀ, ਅੱਜ ਅਸੀਂ ਸੜਕਾਂ ਬੰਦ ਕਰਾਂਗੇ, ਅੱਜ ਉਹ ਬੰਦ ਕਰਾਂਗੇ, ਅੱਜ ਅਸੀਂ 26 ਜਨਵਰੀ ਦਾ ਦਿਨ ਹੈ। ਦੇਖੋ ਸਾਡੇ ਵਾਸਤੇ ਕਿੰਨਾ ਮਹਾਨ ਦਿਨ ਹੈ,
ਔਰ ਸਾਰਿਆਂ ਨੇ ਇਹਨਾਂ ਨੂੰ ਕਿਹਾ ਸੀਗਾ ਵੀ ਤੁਸੀਂ 26 ਦਿਨ ਵੀ 27 ਨੂੰ ਰੱਖ ਲਓ, 28 ਨੂੰ ਰੱਖ ਲਓ, ਨਹੀਂ 26 ਨੂੰ ਰੱਖਾਂਗੇ। ਔਰ ਫਿਰ ਹਰੇਕ ਤਰ੍ਹਾਂ ਦਾ ਐਲੀਗੇਸ਼ਨ ਲਾਉਂਦੇ ਸਰਕਾਰ ਤੇ, ਕਹਿੰਦੇ ਸਰਕਾਰ ਨੇ ਭੇਜੇ। ਫਿਰ ਸਰਕਾਰ ਕਿਉਂ ਭੇਜੇਗੀ? ਕਮਿਸ਼ਨਰ ਨੇ ਤੁਹਾਡੇ ਨਾਲ 5 ਵਾਰੀ ਗੱਲ ਕੀਤੀ, ਮੀਟਿੰਗਾਂ ਹੋਈਆਂ, ਤੁਹਾਡਾ ਰੂਟ ਤੈਅ ਹੋਇਆ, ਔਰ ਉੱਥੇ ਤੁਹਾਡੇ ਵਰਕਰ ਤੁਹਾਡੇ ਲਈ ਫੁੱਲ ਲਈ ਖੜੇ ਸੀਗੇ। ਔਰ ਮੈਂ ਪੁੱਛਣਾ ਚਾਹੁੰਦਾ, ਇਹ ਹਰੇਕ ਚੀਜ਼ ਐਲੀਗੇਸ਼ਨ ਲਾਉਂਦੇ ਆ, ਰਾਜੇਵਾਲ ਡੱਲੇਵਾਲ ਇਹ ਪੁੱਛਦੇ ਨੇ 25 ਤਾਰੀਖ ਨੂੰ ਰਾਤ ਨੂੰ ਜਿਹੜਾ ਇਹਨਾਂ ਦਾ ਇੱਕ ਸਟੇਜ ਸੀ ਉਹ ਕਬਜ਼ਾ ਕਿਹਨੇ ਕੀਤਾ ਸੀ, ਔਰ ਉਹ ਸਟੇਜ ਤੇ ਕੌਣ ਇਹਨਾਂ ਨੂੰ ਗਾਲਾਂ ਕੱਢ ਰਿਹਾ ਸੀ? ਦੱਸੇ ਸਹੀ ਉਹ ਕੌਣ ਸੀ? ਕੌਣ ਸੀ ਉਹ? ਕਿਸਾਨ ਸੀ ਜਾਂ ਕੌਣ ਸੀ ਉਹ? ਇਹ ਇੱਕ ਵੀ ਉੱਥੇ ਨਹੀਂ ਗਿਆ। ਉਹ ਚਿੱਕਾ ਮਾਰ ਮਾਰ ਕਹਿ ਰਹੇ ਸੀ ਉਹ ਕਿੱਥੇ ਮਰ ਗਏ, ਕਿੱਥੇ ਗਏ, ਕੌਣ? ਉਸ ਸਟੇਜ ਤੇ ਕਬਜ਼ਾ ਕਿਹਨੇ ਕੀਤਾ ਸੀ? ਔਰ ਉਹ ਕੀ ਕਹਿ ਰਹੇ ਸੀ? ਉਹ ਵੀ ਸਰਕਾਰ ਕਰਾ ਰਹੀ ਸੀ। ਉਹ ਮਤਲਬ ਇੱਕ ਐਲੀਗੇਸ਼ਨ ਲਾਣਾ ਅੱਛੀ ਗੱਲ ਨਹੀਂ ਹੈ। ਔਰ ਜਿਸ ਤਰ੍ਹਾਂ ਦਾ ਵਿਹਾਰ ਇਹਨਾਂ ਨੇ ਕੀਤਾ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨੂੰ, ਜਿਸ ਤਰ੍ਹਾਂ ਟਰਾਲੀ ਦੇ ਉੱਤੇ, ਨਾਕਿਆਂ ਦੇ ਉੱਤੇ ਔਰ ਰਾਵਣ ਦੀ ਥਾਂ ਤੇ ਬਹੁਤ ਮਾੜਾ ਕੀਤਾ ਇਹਨਾਂ ਨੇ। ਮੋਦੀ ਸਾਹਿਬ ਨੇ ਤਾਂ ਇਸ ਚੀਜ਼ ਦੀ ਮਾਫੀ, ਚਲੋ ਵੀ ਮੈਂ ਨਹੀਂ ਸਮਝਾ ਸਕਿਆ, ਔਰ ਜਿਨ੍ਹਾਂ ਲੋਕਾਂ ਨੂੰ ਪਰੇਸ਼ਾਨੀ ਮੈਂ ਮਾਫੀ ਮੰਗਦਾ, ਇਹਨਾਂ ਨੂੰ ਵੀ ਮੋਦੀ ਸਾਹਿਬ ਮਾਫੀ ਮੰਗਣੀ ਚਾਹੀਦੀ ਹੈ ਵੀ ਅਸੀਂ ਤੁਹਾਡੇ ਵਾਸਤੇ ਵੀ ਗਲਤ ਅਫਸਰ ਕੀਤੇ ਹੈ, ਸਾਨੂੰ ਵੀ ਮਾਫੀ ਦੇਣੀ ਚਾਹੀਦੀ ਹੈ। ਫਿਰ ਠੀਕ ਹੈ ਜਾਨੀ ਸਾਹਿਬ, ਇਹ ਤਾਂ ਚਲੋ ਗੱਲਾਂ ਹੋ ਗਈਆਂ ਧਰਨੇ ਦੇ ਵਿੱਚ। ਉਹ ਕਹਿੰਦੇ ਨੇ ਕਿ ਸਾਡੇ ਲਈ ਕਾਨੂੰਨ ਬਣਾਏ, ਸਾਨੂੰ ਪਰੇਸ਼ਾਨੀਆਂ ਆਈਆਂ, 750 ਕਿਸਾਨ ਸ਼ਹੀਦ ਹੋਏ, ਸਾਡਾ ਜਿਹੜਾ ਉਹ ਪ੍ਰੋਟੈਸਟ ਸੀਗਾ ਉਹਦਾ ਹਿੱਸਾ ਸੀਗਾ। ਉਹ ਕਹਿੰਦੇ ਹੁਣ ਸਾਨੂੰ ਵਾਪਸ ਭੇਜੋ, ਸਾਡੇ ਕੇਸ ਰੱਦ ਕਰੋ ਤੇ ਅਸੀਂ ਵਾਪਸ ਜਾਈਏ। ਫਿਰ ਕਹਿ ਕੇ ਉਹ ਤਾਂ ਮਤਲਬ ਕਹਿਤਾ ਮੋਦੀ ਸਾਹਿਬ ਨੇ ਵੀ ਜਿਹੜੇ ਸਟੇਟਾਂ ਦਾ ਮਸਲਾ ਹੈ ਨਾ ਜੀ, ਕੋਈ ਸਟੇਟਾਂ ਦੇ ਵਿੱਚ ਗਵਰਨਮੈਂਟ ਕਹਿੰਦੇ ਬੀਜੇਪੀ ਦੀ ਹੈ, ਬੀਜੇਪੀ ਦੀ ਹੈ, ਪੰਜਾਬ 'ਚ ਕਾਂਗਰਸ ਦੀ ਹੈ, ਤੇ ਖੱਟਰ ਸਾਹਿਬ ਨੇ ਬਿਆਨ ਬੁਲਾ ਤਾਂ ਲੈ ਵੀ ਆ ਜਾਓ। ਨਹੀਂ ਆਏ, ਗੁਰਨਾਮ ਸਿੰਘ ਚਡੂਨੀ ਹੋਣਾ ਨਾਲ ਅੱਜ ਹੀ ਗੱਲ ਹੋਈ। ਗੱਲ ਸੁਣੋ, ਅਸੀਂ ਵੀ ਹੱਕ 'ਚ ਹਾਂ, ਜਿਹੜੇ ਕੇਸ ਵਾਪਸ ਹੋਣ ਵਾਲੇ ਕਰ ਦੇਣੇ ਚਾਹੀਦੇ ਆ। ਔਰ ਜਿਹਦਾ ਕੋਈ ਮਰਡਰ ਹੋ ਗਿਆ ਹੋਵੇ ਉਹ ਕੇਸ ਕਿਵੇਂ ਵਾਪਸ ਹੋਣਗੇ? ਵੀ ਕੇਸ ਤਾਂ ਉਹ ਵਾਪਸ ਹੋ ਜਾਣ। ਚਲੋ ਕੋਈ ਤੁਸੀਂ ਕਿਤੇ ਦੱਗੜ ਮਾਰਤਾ, ਕਾਰ ਦਾ ਸ਼ੀਸ਼ਾ ਤੋੜਤਾ, ਥੋੜੀ ਬਹੁਤ ਚਲਾਪਾ ਦਾ ਪੀਓਗੇ ਹੋ ਜੇ। ਜਿੱਥੇ ਕੋਈ ਮਰਡਰ ਹੀ ਹੋ ਗਿਆ ਜਾਂ ਕੋਈ ਇਹ ਜਿਹੀ ਗੱਲ ਹੋ ਗਈ, ਉਹ ਤਾਂ ਨਹੀਂ ਹੋ ਸਕਦੇ ਨਾ ਜੀ। ਹੁਣ ਜਿਵੇਂ ਖੀਰੀ ਵਾਲਾ ਕਾਂਡ ਹੈ, ਤਾਂ ਅਸੀਂ ਜੋ ਖੀਰੀ ਹੋਇਆ ਤੇ ਉਹਦੇ ਨਾਲ ਕੋਈ ਮੋਦੀ ਸਾਹਿਬ ਨੇ ਕੋਈ ਉਹਦੇ ਨਾਲ ਗਲਤ ਨਹੀਂ ਕੀਤੀ। ਜੇ ਜਿਹਨੇ ਗੁਨਾਹ ਕੀਤਾ ਸਜ਼ਾ ਭੁਗਤੇਗਾ, ਜਿਹਨੇ ਮਾੜਾ ਕੀਤਾ ਭੁਗਤਣੀ ਚਾਹੀਦੀ। ਅਸੀਂ ਤਾਂ ਕਦੋਂ ਆਪਾਂ ਕਿਸੇ ਦੇ ਪੱਖਧਰਤਾ ਨਹੀਂ ਹੈ ਨਾ ਜੀ। ਤਾਂ ਉਹ ਕਹਿੰਦਾ ਸਟੇਟਾਂ ਨੇ ਕਰਨਾ ਤੇ ਸਟੇਟ ਆਪਦੇ ਮੀਟਿੰਗਾਂ ਕਰ ਲੈਣ ਔਰ ਵਾਪਸ ਹੋਣ ਵਾਲੇ ਵਾਪਸ ਕਰਾ ਲੈਣ। ਕੌਣ ਹੋਣੇ ਵੀ ਚਾਹੀਦੇ ਆ, ਅਸੀਂ ਕਹਿੰਦੇ ਹੋਣੇ ਚਾਹੀਦੇ ਆ। ਅਸੀਂ ਕੋਈ ਇਹਦੇ ਵਿੱਚ ਉਹ ਨਹੀਂ ਕਹਿੰਦੇ ਵੀ ਨਹੀਂ ਹੋਣੇ ਚਾਹੀਦੇ। ਭਾਈਚਾਰਾ ਕਾਮਯਾਬ ਰਹਿਣਾ ਚਾਹੀਦਾ ਹੈ। ਕੇਸ ਜਿਹੜਾ ਵਾਪਸ ਹੋ ਗਿਆ, ਪਰ ਮੈਨੂੰ ਇੱਕ ਦੁੱਖ ਹੈ, ਕਿਸਾਨ ਬਰਬਾਦ ਹੋ ਗਿਆ। ਚਲੋ ਠੀਕ ਹੈ, ਇਹ ਤਾਂ ਕਿਸਾਨਾਂ ਦੇ ਉੱਪਰ ਡਿਪੈਂਡ ਆ ਕਿ ਵਾਪਸ ਹੋ ਗਏ। ਉਹ ਕਹਿੰਦੇ ਨੇ ਕਿ ਠੀਕ ਹੋ ਗਿਆ। ਠੀਕ ਹੈ ਗਰੇਵਾਲ ਸਾਹਿਬ, 2022 ਦੀ ਇਲੈਕਸ਼ਨ ਆ ਰਹੀ ਹੈ, ਹੁਣ ਬੀਜੇਪੀ ਦਾ ਏਜੰਡਾ ਕੀ ਹੈ ਪੰਜਾਬ ਦੇ ਵਿੱਚ? ਇਕੱਲਿਆਂ ਇਲੈਕਸ਼ਨ ਲੜੋਗੇ ਕਿ ਜਾਂ ਕੈਪਟਨ ਅਮਰਿੰਦਰ ਸਿੰਘ ਵੀ ਤਿਆਰ ਬੈਠੇ ਨੇ? ਉਹ ਕਹਿੰਦੇ ਨੇ ਕਿ ਬੀਜੇਪੀ ਦੇ ਨਾਲ ਮੈਂ ਸ਼ਾਮਲ ਹੋਣ ਨੂੰ ਬਿਲਕੁਲ ਤਿਆਰ ਹਾਂ। ਅਜੇ ਤੱਕ ਕਿਸੇ ਨਾਲ ਕੋਈ ਗੱਲ ਨਹੀਂ ਹੋਈ, ਤੇ ਜਦੋਂ ਗੱਲ ਫਾਈਨਲ ਹੋ ਗਈ ਉਹ ਕੇਂਦਰ ਨਾਲ ਉਹਨਾਂ ਨੇ ਕਰਨੀ ਹੈ, ਉਸ ਵੇਲੇ ਤੁਹਾਨੂੰ ਜਾਣਕਾਰੀ ਦੇ ਦੇਵਾਂਗੇ। ਅਜੇ ਤਾਂ ਅਸੀਂ 117 ਦੀ ਤਿਆਰੀ ਕਰ ਰਹੇ ਹਾਂ, 117 ਹੀ ਲੜ ਰਹੇ ਹਾਂ ਤੇ ਉਹਦੀ ਤਿਆਰੀ ਕਰ ਰਹੇ ਹਾਂ। ਅੱਛਾ, 117 ਸੀਟਾਂ ਦੇ ਉੱਪਰ ਬੀਜੇਪੀ ਇਕੱਲੀ ਇਲੈਕਸ਼ਨ ਕਿਸ ਤਰੀਕੇ ਦੇ ਨਾਲ ਲੜੂਗੀ? ਕਿਉਂਕਿ ਅਕਾਲੀ ਦਲ ਦੇ ਨਾਲ ਜਦੋਂ ਤੋਂ ਸਿਰਸਾ ਕੱਲ ਸ਼ਾਮਲ ਹੋਏ ਨੇ, ਇਹ ਵੀ ਚਰਚਾ ਚੱਲਣ ਲੱਗ ਪਈ ਕਿ ਸ਼ਾਇਦ ਅਕਾਲੀ ਦਲ ਦੇ ਨਾਲ ਗੱਠਜੋੜ ਦੁਬਾਰਾ ਤੋਂ ਹੋ ਸਕਦਾ। ਵਾਹ ਵਾਹ, ਸ਼ਾਬਾਸ਼, ਕਿਹੜਾ ਬੁੱਧੀਮਾਨ ਹੈ ਚਰਚਾ ਕਰਦਾ। ਅਕਾਲੀ ਦਲ ਨੇ 84-85 ਸੀਟਾਂ ਅਨਾਉਂਸ ਕਰਤੀਆਂ ਹੈ। ਉਧਰ ਉਹਨਾਂ ਨੇ 20 ਸੀਟਾਂ ਉਹਨਾਂ ਨੂੰ ਦਿੱਤੀਆਂ ਨੇ, ਬਹੁਜਨ ਸਮਾਜ ਨੂੰ ਉਹਨਾਂ ਨੇ ਆਪਣਾ ਕਰ ਲਿਆ, ਤੇ ਸਮਝੌਤਾ ਕਾਹਦੇ ਤੇ ਹੋਊਗਾ? 2 ਸੀਟਾਂ ਤੇ। ਕਹਿੰਦੇ ਜੇਕਰ ਖਿਚੜੀ ਪੱਕ ਗਈ ਇਲੈਕਸ਼ਨ ਹੋਣ ਤੋਂ ਬਾਅਦ ਰਿਜ਼ਲਟ ਦੇ ਵਿੱਚ, ਜੇਕਰ ਕਿਸੇ ਨੂੰ ਬਹੁਮਤ ਨਾ ਹੋਈ ਤਾਂ ਫਿਰ ਬੀਜੇਪੀ ਜਾਂ ਅਕਾਲੀ ਦਲ ਇਕੱਠੇ ਹੋ ਸਕਦੇ? ਵੈਸੇ ਯਾਰ ਉਹ ਤਾਂ ਜੇ ਦੀ ਗੱਲ ਆ ਨਾ, ਜੇ ਜੂ ਨਾਲ ਕੁਝ ਨਹੀਂ ਹੁੰਦਾ ਰਾਜਨੀਤੀ 'ਚ। ਇਹ ਤਾਂ ਜਿਹੜੀ ਸਾਹਮਣੇ ਚੀਜ਼ ਦਿਖਾਈ ਦਿੰਦੀ ਹੈ ਉਹ ਦੇਖ ਲਓ ਪਹਿਲਾਂ, ਠੀਕ ਹੈ ਨਾ? ਕੁਝ ਨਹੀਂ ਹੋਣ ਵਾਲਾ। ਬੀਜੇਪੀ ਇਕੱਲੇ ਲੜ ਰਹੀ ਹੈ ਔਰ 117 ਦੀ ਤਿਆਰੀ ਕਰ ਰਹੀ ਹੈ। ਠੀਕ ਹੈ ਜਾਨੀ ਸਾਹਿਬ, ਆਖਰੀ ਮੈਂ ਸਵਾਲ ਲਊਂਗਾ, ਕੈਪਟਨ ਅਮਰਿੰਦਰ ਸਿੰਘ ਜੇਕਰ ਬੀਜੇਪੀ ਦੇ ਨਾਲ ਆਉਂਦੇ ਨੇ ਤਾਂ ਵਾਕਈ ਲੱਗਦਾ ਫਰਕ ਪਊਗਾ ਪੰਜਾਬ ਦੀ ਸਿਆਸਤ 'ਚ? ਦੇਖੋ ਗੱਲ ਇਹ ਹੈ ਕਿ ਇਹ ਤਾਂ ਪਬਲਿਕ ਜਿਹੜੀ ਹੈ, ਵੋਟ ਦਾ ਰਾਜ ਹੈ। ਸਾਡੀ ਨਿਗਾਹ 'ਚ ਤਾਂ ਜੇ ਸਾਡੀ ਪਾਰਟੀ ਦੇ ਸਾਨੂੰ ਇਹ ਤਾਂ ਕਿਹਾ ਨਹੀਂ ਵੀ ਕੈਪਟਨ ਸਾਹਿਬ ਹੀ ਬਿਆਨ ਦੇ ਰਿਹਾ ਹੈ ਕਿ ਮੈਂ ਪਾਰਟੀ ਬਣਾ ਰਿਹਾ, ਪਾਰਟੀ ਨਾਲ ਆ ਰਿਹਾ। ਸਾਨੂੰ ਤਾਂ ਜੇ 117 ਸੀਟਾਂ ਦਾ ਆਦੇਸ਼ ਹੋਇਆ ਹੈ ਮੀਟਿੰਗ ਦੇ ਵਿੱਚ, 117 ਦੀ 17 ਪੰਜਾਬ 'ਚ ਤਿਆਰੀ ਕਰੋ। ਔਰ ਭਾਰਤੀ ਜਨਤਾ ਪਾਰਟੀ ਪੰਜਾਬ ਦੀ ਸਾਡੀ ਜਿਹੜੀ ਨੇਤਰਤਵ ਹੈ, ਸਾਡੇ ਪ੍ਰਧਾਨ, ਸਾਡੇ ਮਹਾਂ ਮੰਤਰੀ ਜਿਹੜੇ ਉਹ ਤਿਆਰੀ ਕਰ ਰਹੇ ਆ। ਅੱਛਾ, ਅਕਾਲੀ ਦਲ ਕਹਿੰਦਾ ਕਿ 117 ਸੀਟਾਂ ਤੇ ਕਹਿੰਦੇ ਨੇ ਕਿ ਬੀਜੇਪੀ ਕੋਲ ਉਮੀਦਵਾਰ ਹੀ ਹੈ ਨਹੀਂ, ਕਹਿੰਦੇ ਕੋਈ ਇਲੈਕਸ਼ਨ ਲੜਨ ਨੂੰ ਰਾਜੀ ਨਹੀਂ ਬੀਜੇਪੀ ਵੱਲੋਂ। ਕੋਈ ਨਹੀਂ, ਪਤਾ ਲੱਗ ਜਾਊਗਾ ਅਜੇ ਕੀ ਹੋਇਆ। ਜੇ ਨਹੀਂ ਹੈ ਤਾਂ ਅਸੀਂ ਦੇਖ ਲਈਏ ਜੀ। ਮੈਂ ਤਾਂ ਕਹਿੰਦਾ ਸਰਕਾਰ ਬਣੂਗੀ, ਪਰ ਹੁਣ ਦੇਖ ਕੌਣ ਕਹਿੰਦਾ ਵੀ 117 ਸੇ ਨਹੀਂ ਹੈਗੇ। ਸਾਡੇ ਕੋਲ ਤਾਂ ਬੰਦੇ, ਮਤਲਬ ਤੁਸੀਂ ਦੇਖੋਗੇ ਤਾਂ ਕਿੰਨੇ ਬੰਦੇ ਪਾਰਟੀ ਨਾਲ ਆਉਣ ਨੂੰ ਤਿਆਰ ਨੇ, ਸਾਡੀ ਵਿਚਾਰਧਾਰਾ ਨਾਲ ਜੁੜਨ ਨੂੰ ਤਿਆਰ ਨੇ। ਤੁਸੀਂ ਹੈਰਾਨ ਰਹਿ ਜਾਓ ਦੇਖ ਕੇ। ਦੱਸ ਹੀ ਦੋ ਚਾਰ ਅੱਜ। ਨਹੀਂ ਦੱਸਣਾ ਕੀ ਹੈ, ਤੁਸੀਂ ਦੱਸੋਗੇ, ਤੁਹਾਡੇ ਸਾਹਮਣੇ ਹੋਣਗੇ। ਅਰੇ 5000 ਤੋਂ ਵੱਧ ਲੋਕ ਸਾਡੇ ਸ਼ਾਮਲ ਹੋ ਚੁੱਕੇ ਆ, ਜਿਹੜੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ, ਬਲਾਕ ਸੰਮਤੀਆਂ ਦੇ, ਪਿੰਡਾਂ ਦੇ ਸਰਪੰਚ, ਪੰਚ, ਉਹਨਾਂ ਲੋਕਾਂ ਦੀਆਂ ਹੀ ਵੋਟਾਂ ਹੁੰਦੀਆਂ ਨੇ ਜਿਹੜੇ ਮੈਂ 5000 ਕਹਿਣਾ।
ਇਹ ਜਿਹੜੇ ਲੀਡਰ ਨੇ ਇਹ ਤਾਂ ਦਿਖਾਉਣ ਲਈ ਹੁੰਦੇ ਦਰਸ਼ਨੀ ਘੋੜੇ। ਇਹ ਵੀ ਬਹੁਤ ਸਾਰੇ ਦਰਸ਼ਨੀ ਘੋੜੇ ਵੀ ਦੇਾਂਗੇ ਤੁਹਾਨੂੰ। ਪਰ ਇਲੈਕਸ਼ਨ ਤਾਂ ਫੇਸ ਤੇ ਲੜੀ ਜਾਊਗੀ ਨਾ। ਨਹੀਂ ਫੇਸ ਮੋਦੀ ਜੀ ਦਾ ਬੜਾ ਫੇਸ ਅੱਜ ਦੁਨੀਆ 'ਚ ਹੈ ਕੋਈ, ਠੀਕ ਹੈ ਨਾ ਬਾਤ ਗੱਲ। ਤਾਂ ਇਸ ਕਰਕੇ ਸਾਡੇ ਕੋਲ ਫੇਸ ਹੈਗਾ ਤੇ ਸਾਨੂੰ ਕੋਈ ਜ਼ਰੂਰਤ ਨਹੀਂ ਹੈ ਕਿਸੇ ਚੀਜ਼ ਦੀ। ਇੱਕ ਸੀਟ ਤੇ ਸਾਡੇ ਕੋਲ 5-5 7-7 ਉਮੀਦਵਾਰ ਨੇ ਤੇ ਉਹ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਗਲਤਫਹਿਮੀ ਨਿਕਲ ਜੂਗੀ ਸਮਾਂ ਆਉਣ ਦੇ। ਠੀਕ ਹੈ, ਧੰਨਵਾਦ ਜੈਨੀ ਸਾਹਿਬ ਔਰ ਗਰੇਵਾਲ ਸਾਹਿਬ ਗੱਲਬਾਤ ਕਰਨ ਦੇ ਲਈ। ਸੋ ਇਹ ਬੀਜੇਪੀ ਦੇ ਸੀਨੀਅਰ ਲੀਡਰ ਹੈਗੇ ਨੇ ਜਿਨ੍ਹਾਂ ਦੇ ਵੱਲੋਂ ਜਿਹੜਾ ਪੰਜਾਬ ਦੀ ਪੋਲਿਟਿਕਸ ਦੇ ਉੱਪਰ ਚਰਚਾ ਕੀਤੀ ਗਈ ਹੈ, ਉੱਥੇ ਕਿਸਾਨੀ ਮੁੱਦੇ ਤੇ ਵੀ ਚਰਚਾ ਕੀਤੀ ਗਈ ਹੈ, ਪਰ ਦਾਵਾ ਅੱਜ ਵੀ ਇਹੀ ਹੈ ਕਿ 117 ਸੀਟਾਂ ਤੇ ਬੀਜੇਪੀ ਲੜੇਗੀ ਤੇ 117 ਦੇ ਉੱਪਰ ਜਿਹੜੀ ਹੈ ਉਹ ਬਹੁਮਤ ਦੇ ਨਾਲ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਸਰਕਾਰ ਬਣਾਈ ਜਾਏਗੀ। ਹਾਲਾਂਕਿ ਅਜੇ ਅਲਾਈਅੰਸ ਦਾ ਜਿਹੜਾ ਫਾਈਨਲ ਨਹੀਂ ਕੀਤਾ, ਪਰ ਇਹ ਜ਼ਰੂਰ ਕਹਿ ਦਿੱਤਾ ਕਿ 117 ਸੀਟਾਂ ਤੇ ਬੀਜੇਪੀ ਇਲੈਕਸ਼ਨ ਲੜੇਗੀ। ਕੈਮਰਾਮੈਨ ਬਲਜਿੰਦਰ ਦੇ ਨਾਲ ਮਨਪ੍ਰੀਤ ਸਿੰਘ ਕਾਲੋਂ, ਟੀਵੀ ਪੰਜਾਬ, ਦਿੱਲੀ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਡੈਟ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।